ਸਿੱਧਾ ਇਸੇ ਡਾਇਲੌਗ ਤੋਂ ਸ਼ੁਰੂ ਕਰਦੇ ਹਾਂ। ਅਸੀਂ ਇੱਥੇ ਹੀ ਮਰਨ ਵਾਲੇ ਹਾਂ। ਜ਼ਰਾ ਸੋਚੋ, ਚਾਰੇ ਪਾਸੇ ਰੇਤ ਹੈ, ਸਾਹਮਣੇ ਇੱਕ ਬਹੁਤ ਵੱਡਾ ਖਤਰਾ ਹੈ ਤੇ ਅਚਾਨਕ ਹੀ ਚੀਕ ਸੁਣਾਈ ਦਿੰਦੀ ਹੈ। ਇਹ ਸਿਰਫ ਇੱਕ ਡਾਇਲੌਗ ਨਹੀਂ ਹੈ, ਇਹ ਸਿਨੇਮੈਟਿਕ ਦਹਿਸ਼ਤ ਦਾ ਬਿਲਕੁਲ ਸਿਖਰ ਹੈ। ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਇੱਕ ਬਿਲਕੁਲ ਨਿਰਾਸ਼ਾਜਨਕ, ਸਾਹ ਰੋਕ ਦੇਣ ਵਾਲੀ ਸਥਿਤੀ ਅਚਾਨਕ ਇੱਕ ਅਜਿਹੇ ਮੋੜ ਵੱਲ ਜਾਂਦੀ ਹੈ ਜਿਸ ਦੀ ਸ਼ਾਇਦ ਹੀ ਕਿਸੇ ਨੇ ਕਲਪਨਾ ਕੀਤੀ ਹੋਵੇ। ਤਾਂ ਅੱਜ ਦੇ ਆਪਣੇ ਇਸ ਵਿਸ਼ਲੇਸ਼ਣ ਦਾ ਵਿਸ਼ਾ ਹੈ ਇੱਕ ਸੀਨ ਦਾ ਵਿਸ਼ਲੇਸ਼ਣ ਪੂਰਨ ਦਹਿਸ਼ਤ ਤੋਂ ਲੈ ਕੇ ਚਾਕਲੇਟ ਤੱਕ। ਜੀ ਹਾਂ, ਬਿਲਕੁਲ ਸਹੀ ਸੁਣਿਆ, ਚਾਕਲੇਟ। ਆਪਾਂ ਇੱਕ ਐਕਸ਼ਨ ਨਾਲ ਭਰੇ ਸਰਵਾਈਵਲ ਸੀਨ ਦੀ ਬਣਤਰ ਨੂੰ ਤੋੜਨ ਜਾ ਰਹੇ ਹਾਂ। ਇਹ ਇੱਕ ਮਾਸਟਰ ਕਲਾਸ ਹੈ ਜੋ ਦਿਖਾਉਂਦਾ ਹੈ ਕਿ ਕਹਾਣੀ ਕਿਵੇਂ ਅਚਾਨਕ ਗੀਅਰ ਬਦਲਦੀ ਹੈ। ਇੱਕ ਪਾਸੇ ਮੌਤ ਅਤੇ ਰਾਖਸ਼ਾਂ ਨਾਲ ਭਿਆਨਕ ਲੜਾਈ ਤੇ ਦੂਜੇ ਪਾਸੇ ਇੱਕ ਬਿਲਕੁਲ ਅਚਾਨਕ ਅਤੇ ਮਿਠਾਸ ਭਰਿਆ ਹੱਲ। ਭਾਗ ਪਹਿਲਾ, ਮਾਰੂਥਲ ਦਾ ਹਮਲਾ। ਚਲੋ ਦੇਖਦੇ ਹਾਂ ਕਿ ਸ਼ੁਰੂਆਤ ਵਿੱਚ ਬਚਾਅ ਦੀ ਇਹ ਜੰਗ ਕਿਵੇਂ ਵਿਕਸਿਤ ਹੁੰਦੀ ਹੈ। ਇੱਥੇ ਸਥਿਤੀ ਬਹੁਤ ਹੀ ਤੇਜ਼ ਰਫ਼ਤਾਰ ਨਾਲ ਵਿਗੜਦੀ ਹੈ। ਇਹ ਸਿਰਫ ਮੁਸ਼ਕਿਲਾਂ ਨਹੀਂ ਹਨ, ਇਹ ਤਾਂ ਆਫ਼ਤਾਂ ਦੀ ਇੱਕ ਪੂਰੀ ਝੜੀ ਹੈ। ਖਤਰਾ ਸਿਰਫ 300 ਮੀਟਰ ਦੂਰ ਹੈ। ਪਾਣੀ ਬੰਦ ਕਰ ਦਿੱਤਾ ਗਿਆ ਹੈ। ਭੱਜਣ ਦਾ ਇੱਕੋ ਇੱਕ ਰਸਤਾ, ਯਾਨੀ ਕਿ ਗੱਡੀ, ਰੇਤ ਵਿੱਚ ਬੁਰੀ ਤਰ੍ਹਾਂ ਧੱਸ ਗਈ ਹੈ। ਉੱਪਰੋਂ ਇੱਕ ਰਹੱਸਮਈ ਬਿਜਲੀ ਦੇ ਪੋਰਟਲ ਰਾਹੀਂ ਕਿਸੇ ਨਵੀਂ ਅਤੇ ਅਣਜਾਣ ਦੁਨੀਆ ਵਿੱਚ ਫਸ ਜਾਣਾ ਅਤੇ ਲੜਨ ਲਈ ਗੋਲੀਆਂ ਵੀ ਖਤਮ ਹੋਣ ਕਿਨਾਰੇ। ਇਹ ਸਾਰੀਆਂ ਚੀਜ਼ਾਂ ਮਿਲ ਕੇ ਦਹਿਸ਼ਤ ਦਾ ਅਜਿਹਾ ਮਾਹੌਲ ਸਿਰਜਦੀਆਂ ਹਨ ਕਿ ਇੱਕ ਪਲ ਲਈ ਤਾਂ ਸਾਹ ਹੀ ਰੁਕ ਜਾਂਦਾ ਹੈ। ਭਾਗ ਦੂਜਾ, ਹਫੜਾ-ਦਫੜੀ ਵਿੱਚ ਫਰਜ਼। ਆਪਾਂ ਦੇਖਦੇ ਹਾਂ ਕਿ ਅਜਿਹੇ ਅਤਿਅੰਤ ਤਣਾਅ ਵਿੱਚ ਅਲੱਗ-ਅਲੱਗ ਕਿਰਦਾਰ ਕਿਵੇਂ ਸੋਚਦੇ ਹਨ। ਜਦੋਂ ਮੌਤ ਬਿਲਕੁਲ ਸਾਹਮਣੇ ਖੜੀ ਹੋਵੇ ਤਾਂ ਪ੍ਰਤੀਕਿਰਿਆਵਾਂ ਕਿਹੋ ਜਿਹੀਆਂ ਹੁੰਦੀਆਂ ਹਨ। ਇੱਥੇ ਆਪਾਂ ਨੂੰ ਇੱਕ ਸਪਸ਼ਟ ਟਕਰਾਵ ਨਜ਼ਰ ਆਉਂਦਾ ਹੈ। ਇੱਕ ਪਾਸੇ ਸ਼ੁੱਧ ਘਬਰਾਹਟ ਹੈ, ਤੁਸੀਂ ਸਾਰੇ ਪਾਗਲ ਹੋ ਗਏ ਹੋ। ਇਹ ਇੱਕ ਡਰੇ ਹੋਏ ਇਨਸਾਨ ਦੀ ਬਿਲਕੁਲ ਸੁਭਾਵਿਕ ਪ੍ਰਤੀਕਿਰਿਆ ਹੈ ਜਿਸਨੇ ਲਗਭਗ ਮੰਨ ਲਿਆ ਹੈ ਕਿ ਸਭ ਕੁਝ ਖਤਮ ਹੋ ਗਿਆ ਹੈ। ਪਰ ਦੂਜੇ ਪਾਸੇ ਇੱਕ ਕਮਾਂਡਰ ਦੀ ਦ੍ਰਿੜਤਾ ਹੈ। ਅਸੀਂ ਸੋਲਜਰਜ਼ ਹਾਂ ਅਤੇ ਇਹੀ ਸਾਡਾ ਫਰਜ਼ ਹੈ। ਇਹ ਬਹੁਤ ਹੀ ਕਮਾਲ ਦਾ ਪਲ ਹੈ। ਫੌਜੀ ਨਿਯਮਾਂ ਅਤੇ ਫਰਜ਼ ਦਾ ਸਹਾਰਾ ਲੈ ਕੇ ਡਰ ਨੂੰ ਦਬਾਉਣ ਅਤੇ ਟੀਮ ਵਿੱਚ ਮੁੜ ਵਿਸ਼ਵਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋ ਬਿਲਕੁਲ ਵੱਖਰੀਆਂ ਮਾਨਸਿਕਤਾਵਾਂ ਦਾ ਆਮੋ-ਸਾਹਮਣਾ। ਅਤੇ ਫਿਰ ਇਹ ਜ਼ਬਰਦਸਤ ਲਾਈਨ ਆਉਂਦੀ ਹੈ, ਲੜਾਂਗੇ ਅਤੇ ਜ਼ਿੰਦਾ ਰਹਾਂਗੇ ਭਾਵੇਂ ਜੋ ਮਰਜ਼ੀ ਹੋ ਜਾਵੇ। ਇਹ ਸਿਰਫ ਬੋਲਣ ਲਈ ਬੋਲਿਆ ਗਿਆ ਡਾਇਲੌਗ ਨਹੀਂ ਹੈ, ਇਸ ਨੂੰ ਡਰ ਨੂੰ ਲੁਕਾਉਣ ਲਈ ਇੱਕ ਢਾਲ ਵਾਂਗ ਵਰਤਿਆ ਗਿਆ ਹੈ। ਜਦੋਂ ਦੁਸ਼ਮਣ ਅਣਜਾਣ ਹੋਵੇ ਅਤੇ ਸਰੋਤ ਨਾ ਬਚੇ ਹੋਣ ਤਾਂ ਫੌਜੀ ਬਹਾਦਰੀ ਹੀ ਉਹ ਗੂੰਦ ਬਣ ਜਾਂਦੀ ਹੈ ਜੋ ਸਾਰਿਆਂ ਨੂੰ ਇਕਜੁੱਟ ਰੱਖ ਸਕਦੀ ਹੈ। ਸ਼ਬਦਾਂ ਦੀ ਤਾਕਤ ਨਾਲ ਅਸੰਭਵ ਹਾਲਾਤਾਂ ਵਿੱਚ ਵੀ ਟੀਮ ਨੂੰ ਪ੍ਰੇਰਿਤ ਕਰਨ ਦੀ ਇਹ ਕੋਸ਼ਿਸ਼ ਸੱਚਮੁੱਚ ਸ਼ਾਨਦਾਰ ਹੈ। ਪਰ ਜ਼ਰਾ ਇਸ ਟਾਈਮਲਾਈਨ ਵੱਲ ਦੇਖੋ, ਸਥਿਤੀ ਕਿੰਨੀ ਜਲਦੀ ਹੱਥੋਂ ਨਿਕਲਦੀ ਹੈ। ਇਹ ਬਿਲਕੁਲ ਹੈਰਾਨ ਕਰਨ ਵਾਲਾ ਹੈ। 0 ਸੈਕਿੰਡ ਤੇ ਗੱਡੀ ਫਸ ਜਾਂਦੀ ਹੈ, ਮਤਲਬ ਬਚਣ ਦਾ ਰਾਹ ਬੰਦ। ਸਿਰਫ 30 ਸੈਕਿੰਡ ਬਾਅਦ ਇਹ ਅਹਿਸਾਸ ਹੁੰਦਾ ਹੈ ਕਿ ਗੋਲੀਆਂ ਦੇ ਸਿਰਫ 3 ਮੈਗਜ਼ੀਨ ਬਚੇ ਹਨ ਅਤੇ ਸਭ ਤੋਂ ਖਤਰਨਾਕ ਗੱਲ, 60 ਸੈਕਿੰਡ ਯਾਨੀ 1 ਮਿੰਟ ਦੇ ਅੰਦਰ-ਅੰਦਰ ਸਥਿਤੀ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਇੱਕ ਸਿਪਾਹੀ ਦੀ ਨਬਜ਼ ਮਿਲਣੀ ਹੀ ਬੰਦ ਹੋ ਜਾਂਦੀ ਹੈ। ਇਹ ਦਿਖਾਉਂਦਾ ਹੈ ਕਿ ਸੀਨ ਇੱਕ ਮਾੜੀ ਰਣਨੀਤਿਕ ਸਥਿਤੀ ਤੋਂ ਕਿੰਨੀ ਤੇਜ਼ੀ ਨਾਲ ਪੂਰਨ ਤਬਾਹੀ ਵਿੱਚ ਬਦਲਦਾ ਹੈ। ਭਾਗ ਤੀਜਾ, ਜ਼ਹਿਰ ਅਤੇ ਨਿਰਾਸ਼ਾ। ਹੁਣ ਕਹਾਣੀ ਬਾਹਰੀ ਖਤਰੇ ਤੋਂ ਅੰਦਰੂਨੀ ਨਿਰਾਸ਼ਾ ਵੱਲ ਵੱਧਦੀ ਹੈ। ਬਾਹਰਲੇ ਰਾਖਸ਼ਾਂ ਦਾ ਖਤਰਾ ਹੁਣ ਸਿੱਧਾ ਅੰਦਰੂਨੀ ਬੇਬਸੀ ਵਿੱਚ ਬਦਲ ਰਿਹਾ ਹੈ। ਇੱਥੇ ਲੱਛਣ ਬਹੁਤ ਡਰਾਉਣੇ ਹਨ। ਛਾਤੀ ਵਿੱਚ ਭਿਆਨਕ ਦਰਦ, ਹੱਥਾਂ ਵਿੱਚੋਂ ਜਾਨ ਪੂਰੀ ਤਰ੍ਹਾਂ ਖਤਮ ਹੋ ਜਾਣਾ, ਮਤਲਬ ਹਥਿਆਰ ਚੁੱਕਣ ਦੀ ਕੋਈ ਸਮਰੱਥਾ ਨਹੀਂ ਬਚੀ, ਅਤੇ ਸਭ ਤੋਂ ਵੱਡਾ ਡਰ, ਕਿਸੇ ਅਣਜਾਣ ਜ਼ਹਿਰ ਦਾ ਸ਼ੱਕ। ਇੱਥੇ ਬਿਰਤਾਂਤ ਇੱਕ ਅਜਿਹੇ ਪਲ ਤੇ ਪਹੁੰਚ ਜਾਂਦਾ ਹੈ ਜਿੱਥੇ ਪੂਰੀ ਤਰ੍ਹਾਂ ਨਾਲ ਬੇਬਸੀ ਛਾ ਜਾਂਦੀ ਹੈ। ਹੁਣ ਸਾਹਮਣੇ ਕੋਈ ਦੁਸ਼ਮਣ ਨਹੀਂ ਜਿਸ ਤੇ ਗੋਲੀ ਚਲਾਈ ਜਾ ਸਕੇ, ਇਹ ਤਾਂ ਸਿੱਧਾ ਸਰੀਰ ਦੇ ਅੰਦਰ ਚੱਲ ਰਹੀ ਜੰਗ ਹੈ। ਇਸ ਬੇਬਸੀ ਨੂੰ ਬਿਆਨ ਕਰਦੀ ਇਹ ਇੱਕ ਲਾਈਨ ਦੇਖੋ, ਹੁਣ ਬਰਦਾਸ਼ਤ ਕਰਨਾ ਹੀ ਪਵੇਗਾ ਤੈਨੂੰ। ਵਾਹ, ਇਹ ਕਿੰਨਾ ਦਿਲ ਤੋੜਨ ਵਾਲਾ ਅਤੇ ਰੁੱਖਾ ਜਵਾਬ ਹੈ। ਸੋਚੋ, ਜਦੋਂ ਸਾਰੇ ਆਦੇਸ਼, ਸਾਰੇ ਹਥਿਆਰ ਅਤੇ ਸਾਰੀ ਫੌਜੀ ਭਾਸ਼ਾ ਫੇਲ ਹੋ ਜਾਵੇ ਤਾਂ ਪਿੱਛੇ ਕੀ ਬਚਦਾ ਹੈ? ਸਿਰਫ ਦਰਦ ਨੂੰ ਸਹਿਣ ਦੀ ਮਜਬੂਰੀ। ਕੋਈ ਇਲਾਜ ਨਹੀਂ, ਕੋਈ ਰਾਹਤ ਨਹੀਂ, ਬਸ ਅਗਲੇ ਪਲ ਤੱਕ ਜ਼ਿੰਦਾ ਰਹਿਣ ਦੀ ਇੱਕ ਖਾਮੋਸ਼ ਜੱਦੋਜਹਿਦ। ਭਾਗ ਚੌਥਾ, ਇੱਕ ਅਚਾਨਕ ਸਮਝੌਤਾ। ਇੱਥੋਂ ਕਹਾਣੀ ਇੱਕ ਬਿਲਕੁਲ ਹੀ ਨਵਾਂ ਅਤੇ ਹੈਰਾਨੀਜਨਕ ਮੋੜ ਲੈਂਦੀ ਹੈ। ਹੁਣ ਤੱਕ ਸਿਰਫ ਹਿੰਸਾ, ਡਰ ਅਤੇ ਜਾਨ ਬਚਾਉਣ ਦੀ ਜੰਗ ਚੱਲ ਰਹੀ ਸੀ, ਪਰ ਇੱਥੋਂ ਸਾਰੀ ਗਤੀਸ਼ੀਲਤਾ ਪੂਰੀ ਤਰ੍ਹਾਂ ਪਲਟਣ ਵਾਲੀ ਹੈ। ਅਤੇ ਇੱਥੇ ਇੱਕ ਬਹੁਤ ਹੀ ਅਹਿਮ ਸਵਾਲ ਪੈਦਾ ਹੁੰਦਾ ਹੈ, ਇੱਕ ਅਜਿੱਤ ਦੈਂਤ ਨੂੰ ਆਖਰ ਕਿਵੇਂ ਰੋਕਿਆ ਜਾਵੇ? ਜਦੋਂ ਗੋਲੀਆਂ ਖਤਮ ਹੋਣ, ਸਾਥੀ ਜ਼ਹਿਰ ਨਾਲ ਤੜਪ ਰਹੇ ਹੋਣ ਅਤੇ ਸਾਹਮਣੇ ਇੱਕ ਅਜਿਹਾ ਦੈਂਤ ਹੋਵੇ ਜਿਸ ਨੂੰ ਹਰਾਣਾ ਅਸੰਭਵ ਹੈ, ਤਾਂ ਕੀ ਕੀਤਾ ਜਾਵੇ? ਇਹ ਬਚਾਓ ਦਾ ਅੰਤਿਮ ਸਵਾਲ ਹੈ।
ਪਰ ਯਕੀਨ ਮੰਨੋ, ਇਸ ਦਾ ਜਵਾਬ ਕੋਈ ਰਣਨੀਤਿਕ ਹਮਲਾ ਜਾਂ ਖੁਫੀਆ ਹਥਿਆਰ ਨਹੀਂ ਹੈ। ਇਸ ਦਾ ਜਵਾਬ ਕੁਝ ਹੋਰ ਹੀ ਹੈ। ਭਾਗ 5ਵਾਂ, ਚਾਕਲੇਟ ਦੀ ਤਾਕਤ। ਆਓ ਸ਼ਾਂਤੀ ਦੇ ਇਸ ਬਿਲਕੁਲ ਨਵੇਂ ਰਾਹ ਨੂੰ ਸਮਝਦੇ ਹਾਂ। ਇਹੋ ਕਮਾਲ ਦਾ ਬਿੰਦੂ ਹੈ ਜਿੱਥੇ ਤਣਾਅ ਨੂੰ ਖਤਮ ਕਰਨ ਦੀ ਸਭ ਤੋਂ ਸ਼ਾਨਦਾਰ ਤਕਨੀਕ ਵਰਤੀ ਜਾਂਦੀ ਹੈ। ਜੰਗ ਦੀ ਭਾਸ਼ਾ ਤੋਂ ਸਿੱਧਾ ਸ਼ਾਂਤੀ ਦੀ ਭਾਸ਼ਾ ਵਿੱਚ ਐਂਟਰੀ। ਇਸ ਰਣਨੀਤੀ ਨੂੰ ਆਪਾਂ 3 ਕਦਮਾਂ ਵਿੱਚ ਵੰਡ ਸਕਦੇ ਹਾਂ। ਕਦਮ ਪਹਿਲਾ, ਰੋਕੋ 1 ਸੈਕਿੰਡ। ਇਹ ਹਮਲੇ ਨੂੰ ਤੋੜਨ ਅਤੇ ਸਥਿਤੀ ਨੂੰ ਰੋਕਣ ਦਾ ਪਹਿਲਾ ਯਤਨ ਹੈ। ਕਦਮ ਦੂਜਾ, ਇੱਕ ਸ਼ਾਂਤੀ ਦਾ ਸੰਦੇਸ਼ ਦੇਣਾ। ਹਥਿਆਰ ਦੀ ਬਜਾਏ ਇਹ ਕਹਿਣਾ ਕਿ ਦੇਖੋ, ਖਾਣਾ ਭੋਜਨ ਪੇਸ਼ ਕਰਨਾ ਤਾਂ ਸਦੀਆਂ ਤੋਂ ਦੁਸ਼ਮਣੀ ਖਤਮ ਕਰਨ ਦਾ ਪ੍ਰਤੀਕ ਰਿਹਾ ਹੈ। ਅਤੇ ਅੰਤ ਵਿੱਚ ਕਦਮ ਤੀਜਾ, ਚਾਕਲੇਟ ਰਾਹੀਂ ਇੱਕ ਸਾਂਝੀ ਖੁਸ਼ੀ ਸਥਾਪਿਤ ਕਰਨਾ। ਬਿਲਕੁਲ ਅਚਾਨਕ ਫੌਜੀ ਖਤਰਿਆਂ ਨੂੰ ਇੱਕ ਅਜਿਹੀ ਚੀਜ਼ ਨਾਲ ਬਦਲ ਦਿੱਤਾ ਗਿਆ ਜੋ ਸਾਰੀ ਦੁਨੀਆ ਵਿੱਚ ਖੁਸ਼ੀ ਦਿੰਦੀ ਹੈ। ਹੁਣ ਜ਼ਰਾ ਇਸ ਡਾਇਲੌਗ ਵੱਲ ਧਿਆਨ ਦਿਓ। ਬਹੁਤ ਟੇਸਟੀ ਹੈ, ਚੰਗਾ ਹੈ ਨਾ? ਜਦੋਂ ਆਪਾਂ ਇਸ ਨੂੰ ਸੋਚਦੇ ਹਾਂ ਤਾਂ ਇਹ ਕਿੰਨਾ ਮਜ਼ਾਕੀਆ ਲੱਗਦਾ ਹੈ। ਜ਼ਰਾ ਕਲਪਨਾ ਕਰੋ, ਇੱਕ ਪਾਸੇ ਇੱਕ ਖਤਰਨਾਕ ਜਾਨਵਰ, ਦੂਜੇ ਪਾਸੇ ਇੱਕ ਸਿਪਾਹੀ, ਅਤੇ ਉਹ ਇੱਕ ਮਿੱਠੀ ਚੀਜ਼ ਉੱਤੇ ਆਪਸ ਵਿੱਚ ਜੁੜ ਰਹੇ ਹਨ। ਇਹ ਪੂਰੇ ਦ੍ਰਿਸ਼ ਦੀ ਬੇਤੁਕੀ ਪਰ ਬਹੁਤ ਹੀ ਸ਼ਾਨਦਾਰ ਪ੍ਰਕਿਰਤੀ ਨੂੰ ਉਜਾਗਰ ਕਰਦਾ ਹੈ। ਉਹ ਦੁਸ਼ਮਣ ਜੋ ਕੁਝ ਸੈਕਿੰਡ ਪਹਿਲਾਂ ਇੱਕ ਦੂਜੇ ਦੀ ਜਾਨ ਲੈਣ ਵਾਲੇ ਸਨ, ਹੁਣ ਇੱਕ ਮਿੱਠੀ ਟ੍ਰੀਟ ਉੱਤੇ ਇੱਕ ਦੂਜੇ ਨਾਲ ਸਹਿਮਤ ਹੋ ਰਹੇ ਹਨ। ਕਿਆ ਬਾਤ ਹੈ! ਅਤੇ ਇਹ ਗੱਲ ਇੱਥੇ ਹੀ ਨਹੀਂ ਮੁੱਕਦੀ। ਇਹ ਸਾਂਝ ਤਾਂ ਇੱਕ ਜਾਪ ਬਣ ਜਾਂਦੀ ਹੈ। ਚਾਕਲੇਟ, ਚਾਕਲੇਟ, ਚਾਕਲੇਟ। ਇਹ ਸਾਧਾਰਨ ਜਿਹਾ ਸ਼ਬਦ ਹੁਣ ਸਿਰਫ ਇੱਕ ਮਿਠਾਈ ਦਾ ਨਾਮ ਨਹੀਂ ਰਿਹਾ। ਇਹ ਇਨਸਾਨ ਅਤੇ ਉਸ ਦੈਂਤ ਵਿਚਕਾਰ ਇੱਕ ਪੁਲ ਬਣ ਗਿਆ ਹੈ। ਇਸ ਇੱਕ ਸ਼ਬਦ ਨੇ ਸਾਰਾ ਦਾ ਸਾਰਾ ਤਣਾਅ ਛੂ-ਮੰਤਰ ਕਰ ਦਿੱਤਾ। ਇਹ ਦੇਖਣਾ ਸੱਚਮੁੱਚ ਅਦਭੁਤ ਹੈ ਕਿ ਕਿਵੇਂ ਇੱਕ ਖਤਰਨਾਕ ਟਕਰਾਓ ਜਿਸ ਵਿੱਚ ਗੋਲੀਆਂ ਅਤੇ ਜ਼ਹਿਰ ਸ਼ਾਮਿਲ ਸਨ, ਅੰਤ ਵਿੱਚ ਇੱਕ ਸ਼ੁਕਰਗੁਜ਼ਾਰ ਵਿਦਾਇਗੀ ਅਤੇ ਚਾਕਲੇਟ ਦੇ ਜਾਪ ਨਾਲ ਖਤਮ ਹੁੰਦਾ ਹੈ। ਜੋ ਸਾਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਵੱਲ ਲੈ ਜਾਂਦਾ ਹੈ। ਬਚਾਅ ਦੀ ਅਸਲੀ ਸਰਵ-ਵਿਆਪਕ ਭਾਸ਼ਾ ਆਖਿਰ ਕੀ ਹੈ? ਕੀ ਇਹ ਹਥਿਆਰ ਹਨ? ਕੀ ਇਹ ਸਰੀਰਕ ਤਾਕਤ ਹੈ? ਜਾਂ ਕੀ ਇਹ ਇੱਕ ਛੋਟੀ ਜਿਹੀ ਸਾਂਝੀ ਖੁਸ਼ੀ ਹੈ, ਜਿਵੇਂ ਕਿ ਭੋਜਨ ਸਾਂਝਾ ਕਰਨਾ? ਅੱਜ ਦੀ ਇਸ ਪੇਸ਼ਕਾਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਈ ਵਾਰ ਸਭ ਤੋਂ ਵੱਡੇ ਅਤੇ ਅਸੰਭਵ ਖਤਰਾ ਨੂੰ ਤਾਕਤ ਨਾਲ ਨਹੀਂ, ਸਗੋਂ ਸਮਝਦਾਰੀ ਅਤੇ ਇੱਕ ਸਾਧਾਰਨ ਜਿਹੇ ਮਿੱਠੇ ਇਸ਼ਾਰੇ ਨਾਲ ਹਰਾਇਆ ਜਾ ਸਕਦਾ ਹੈ। ਸੰਕਟ ਦੇ ਸਮੇਂ ਅਸਲ ਵਿੱਚ ਕਿਹੜੇ ਹਥਿਆਰ ਕੋਲ ਹੋਣੇ ਚਾਹੀਦੇ ਹਨ, ਇਹ ਸੱਚਮੁੱਚ ਸੋਚਣ ਲਈ ਇੱਕ ਬਹੁਤ ਹੀ ਡੂੰਘਾ ਵਿਸ਼ਾ ਹੈ।